ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ 3 ਆਰਡੀਨੈਂਸ ਬਿੱਲਾਂ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਪਿਛਲੇ 10-12 ਦਿਨਾਂ ਤੋਂ ਦਿੱਲੀ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਇਸੇ ਸਬੰਧ ਵਿੱਚ ਕਿਸਾਨਾਂ ਵੱਲੋਂ 8 ਦਸੰਬਰ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ, ਜਿਸ ਦੇ ਚਲਦਿਆਂ ਅੱਜ ਫਗਵਾੜਾ ਦੇ ਸ਼ੂਗਰ ਮਿਲ ਚੌਂਕ 'ਚ ਸ਼ਹਿਰ ਵਾਸੀਆਂ ਵੱਲੋਂ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਫਗਵਾੜਾ ਸ਼ਹਿਰ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਧਰਨੇ ਵਿੱਚ ਪਹੁੰਚ ਕੇ ਆਪਣਾ ਸਹਿਯੋਗ ਦਿੱਤਾ ਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਵਤਨ ਕੀ ਰਾਹੇ ਤੋਂ ਧਰੂਪ ਕਲੂਚਾ ਦੀ ਰਿਪੋਰਟ। ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ 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 ਜਿੰਦਾਬਾਦ। ਆ ਖੋਲ ਕੇ ਫੜ ਲਓ। मोदी हाय हाय मर गया मोदी हाय हाय बीएसपी मैदान में किसानों के सम्मान में जिन्होंने एटी बड़ी लैब किसी भी किरती मजदूर के हक में होएगा। जिस तरह साडा किसानी का ढाण करने खेती सुधार बिल देंदे आ, वो खेती सुधार दे नाम ते लिया के ਅੱਜ ਸਾਡੇ ਨਾਲ ਕਾਂਗਰਸ ਦੇ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਜੀ ਤੇ ਹੁਣ ਅਸੀਂ ਇਹਨਾਂ ਨਾਲ ਗੱਲ ਕਰਦੇ ਹਾਂ। ਰਾਜੂ ਜੀ, ਪਿਛਲੇ 2-3 ਮਹੀਨਿਆਂ ਤੋਂ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ, ਇਸ ਸੰਬੰਧ ਵਿੱਚ ਤੁਸੀਂ ਕੀ ਕਹੋਗੇ? ਸਭ ਤੋਂ ਪਹਿਲਾਂ ਤੁਹਾਡੇ ਚੈਨਲ ਵਤਨ ਕੀ ਰਾਹੋਂ ਦਾ ਧੰਨਵਾਦ, ਜਿਹੜਾ ਸਾਡੀ ਆਵਾਜ਼ ਘਰ ਤਾਈਂ ਪਹੁੰਚਾ ਰਹੇ ਆ। ਜਿਹੜਾ ਕਿਸਾਨਾਂ ਦਾ ਧਰਨਾ ਹੈ, ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਆ। 2-3 ਮਹੀਨੇ ਤੋਂ ਧਰਨੇ ਲੱਗ ਰਹੇ ਆ ਔਰ ਕਿਸਾਨਾਂ ਨੇ ਜਿਹਦੇ ਧਰਨਾ ਲਾਇਆ ਜਾਂ ਕੌਲ ਬੰਦ ਦਾ ਸੱਦਾ ਦਿੱਤਾ, ਕਾਂਗਰਸ ਨੇ ਸਮਰਥਨ ਦਿੱਤਾ। ਔਰ ਜਿਹੜਾ 26 ਤਰੀਕ ਤੋਂ ਕਿਸਾਨ ਦਿੱਲੀ ਦੇ ਵਿੱਚ ਬੈਠੇ ਆ, ਅਸੀਂ ਉਹਨਾਂ ਦਾ ਵੀ ਸਮਰਥਨ ਕਰਦੇ ਹਾਂ। ਦਿੱਲੀ ਵੀ ਜਾ ਕੇ ਆਏ ਆ। ਉਹਨਾਂ ਦੇ ਜਿਹੜਾ ਉੱਥੇ ਦਿੱਲੀ ਜਾ ਕੇ ਆ ਵੀ ਨਾ ਦਿਨ ਦਾ ਪਤਾ ਲੱਗਦਾ ਨਾ ਰਾਤ ਦਾ, ਇੱਕ ਵਿਆਹ ਵਾਲਾ ਮਾਹੌਲ ਆ ਔਰ ਕਿਸਾਨਾਂ ਦੀ ਜਿੱਤ ਹੋਣੀ ਆ ਔਰ ਮੋਦੀ ਦੀ ਹਾਰ ਹੋਣੀ ਆ। ਕਰੋਨਾ ਦਾ ਵੱਡਾ ਐਡਾ ਸੰਕਟ ਚੱਲ ਰਿਹਾ ਤੇ ਕੇਂਦਰ ਸਰਕਾਰ ਨੂੰ ਕਰੋਨਾ ਕਾਲ 'ਚ 3 ਬਿੱਲ ਪਾਸ ਕਰਨ ਦੀ ਕੀ ਜ਼ਰੂਰਤ ਪਈ, ਇਸ ਸੰਬੰਧ ਵਿੱਚ ਤੁਸੀਂ ਕੀ ਕਹੋਗੇ? ਕਰੋਨਾ ਦਾ ਵਿੱਚ ਲਿਆ ਕੇ ਉਹਨੇ ਇੱਕ ਬਹਾਨਾ ਸੀ ਬਿੱਲ ਤੋਂ ਨੇ ਇਹ ਆਰਡੀਨੈਂਸ ਪਾਸ ਕਰਨੇ। ਤੁਸੀਂ ਦੱਸੋ, ਇੰਨੇ ਬੈਠੇ ਕਿਸੇ ਨੇ ਮਾਸਕ ਲਾਇਆ, ਕਿਸੇ ਨੂੰ ਕਰੋਨਾ ਆਇਆ? ਆਪੇ ਰਿਪੋਰਟਾਂ ਤਿਆਰ ਕਰੀ ਜਾਂਦੇ ਆ ਕਰੋਨਾ ਦੀਆਂ। ਕੋਈ ਕਰੋਨਾ ਨਾ ਹੋਇਆ ਦੱਸੋ? ਕਿਸਾਨ ਤਾਂ ਕੋਈ ਹੋਇਆ ਨਹੀਂ ਕਰੋਨਾ ਨਾਲ ਮੌਤ ਕਹਿੰਦੇ ਉੱਦਾਂ ਹੀ ਸ਼ੋਅ ਕਰੀ ਜਾਂਦੇ ਵੀ ਉਹਦੀ ਮੌਤ ਹੋ ਗਈ, ਉਹਦੀ ਹੋ ਗਈ। ਜਿੰਨੇ ਮੈਡੀਕਲ ਆ ਸਰਕਾਰੀ ਉਹ ਸਾਰੇ ਕਰੋਨਾ ਹੀ ਸ਼ੋਅ ਕਰੀ ਜਾਂਦੇ। ਹੁਣ ਕਰੋਨਾ ਕਿੱਥੇ ਆ? ਉਹ ਇੱਕ ਬਹਾਨਾ ਸੀ ਮੋਦੀ ਦਾ ਆਰਡੀਨੈਂਸ ਬਿੱਲ ਪਾਸ ਕਰਨੇ ਸੀ। ਜਿਹੜੀ ਮੋਦੀ ਸਰਕਾਰ ਆ ਉਹ ਬਖਲਾ ਗਈ ਸੀ। ਹੁਣ ਉਹਨਾਂ ਦੇ ਜਿਹੜਾ ਦਿੱਲੀ 'ਚ ਜਾ ਕੇ ਕਿਸਾਨਾਂ ਨੇ ਜਲੂਸ ਕੱਢ ਦਿੱਤਾ, ਉਹਨੂੰ ਹਰ ਹਾਲਤ ਦੇ ਵਿੱਚ ਝੁਕਣਾ ਪੈਣਾ। ਕੇਂਦਰ ਸਰਕਾਰ ਵੱਲੋਂ ਆਰੋਪ ਲਗਾਏ ਜਾ ਰਹੇ ਆ ਕਿ ਇਹ ਕਿਸਾਨਾਂ ਦਾ ਧਰਨਾ ਨਹੀਂ ਹੈ, ਇਹਨੂੰ ਪੋਲੀਟੀਕਲ ਮੁੱਦਾ ਦੱਸ ਰਹੇ ਆ, ਇਸ ਸੰਬੰਧ ਵਿੱਚ ਤੁਸੀਂ ਕੀ ਕਹੋਗੇ? ਤੁਸੀਂ ਮੈਨੂੰ ਦੱਸੋ, ਮੈਂ ਪੋਲੀਟੀਕਲ ਆ ਪਰ ਮੈਂ ਇੱਥੇ ਪੋਲੀਟੀਕਲ ਤੌਰ 'ਤੇ ਨਹੀਂ ਆ, ਇੱਕ ਕਿਸਾਨ ਹੋਣ ਦੇ ਨਾਤੇ ਆਇਆ। ਇਹ ਕਿਸਾਨਾਂ ਦਾ ਪਾਰਟੀਬਾਜ਼ੀ ਤੋਂ ਉੱਠ ਕੇ ਭਾਵੇਂ ਕਾਂਗਰਸ ਪਾਰਟੀ ਨੇ ਸਮਰਥਨ ਦਿੱਤਾ ਕਿਸਾਨਾਂ ਦੇ ਸੰਘਰਸ਼ ਦਾ। ਅੱਜ ਵੀ ਸਾਡੀ ਜਿਹੜੀ ਆਲ ਇੰਡੀਆ ਕਾਂਗਰਸ ਦੀ ਸ਼੍ਰੀਮਤੀ ਸੋਨੀਆ ਗਾਂਧੀ ਜੀ ਔਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਜੀ, ਮੁੱਖ ਮੰਤਰੀ ਜੀ ਨੇ ਸਮਰਥਨ ਦਿੱਤਾ ਜੇ 8 ਤਰੀਕ ਕਾਲ ਬੰਦ ਆ। ਪਰ ਅਸੀਂ ਇੱਕ ਆਮ ਨਾਗਰਿਕ ਪੰਜਾਬ ਦੇ ਹੋਣ ਦੇ ਨਾਤੇ ਕਿਸਾਨਾਂ ਦੇ ਨਾਲ ਆ ਔਰ ਜਦੋਂ ਵੀ ਕਿਸਾਨਾਂ ਦਾ ਜੋ ਵੀ ਪ੍ਰੋਗਰਾਮ ਅੱਗੇ ਵੀ ਹੋਊਗਾ ਉਹਨਾਂ ਦੇ ਨਾਲ ਖੜੇ ਆ, ਚਟਾਨ ਵਾਂਗ ਖੜੇ। ਕੇਂਦਰ ਸਰਕਾਰ ਵੱਲੋਂ 3 ਬਿੱਲ ਨਾ ਰੱਦ ਕੀਤੇ ਗਏ ਤੇ ਤੁਹਾਡੀ ਅਗਲੀ ਰਣਨੀਤੀ ਕੀ ਹੋਊਗੀ? ਕੱਲ੍ਹ ਨੂੰ ਭੰਗੜੇ ਪਾਉਣੇ ਕਿਸਾਨਾਂ ਨੇ ਤੇ ਇਹ ਮੋਦੀ ਦੀ ਹਾਰ ਹੋਣੀ ਆ। ਪੰਜਾਬ ਇੱਕ ਲਾੜਾ ਹੈ ਤੇ ਦਿੱਲੀ ਲਾੜੀ ਆ। ਕੱਲ੍ਹ ਨੂੰ ਕਿਸਾਨਾਂ ਨੇ ਵਿਆਹ ਲਿਆਉਣੀ ਆ। ਤੁਹਾਨੂੰ ਦੱਸ ਦਿੱਤਾ, ਆਪਾਂ ਭੰਗੜੇ ਪਾਉਣੇ ਰਲ ਕੇ ਸਾਰਿਆਂ ਨੇ। ਫਗਵਾੜਾ ਦੇ ਸ਼ੂਗਰ ਮਿਲ ਚੌਂਕ 'ਚ ਕਿਸਾਨਾਂ ਦੇ ਹੱਕ ਵਿੱਚ ਫਗਵਾੜਾ ਸ਼ਹਿਰ ਵਾਸੀਆਂ ਵੱਲੋਂ ਇੱਥੇ ਧਰਨਾ ਲਾਇਆ ਗਿਆ ਤੇ ਇਸ ਸੰਬੰਧ ਵਿੱਚ ਅਸੀਂ ਹੁਣ ਗੱਲ ਕਰਾਂਗੇ ਹਰਪ੍ਰੀਤ ਸਿੰਘ ਸੋਨੂ ਜੀ ਨਾਲ। ਹਰਪ੍ਰੀਤ ਜੀ, 2-3 ਮਹੀਨਿਆਂ ਤੋਂ ਆ ਕਿਸਾਨਾਂ ਦਾ ਧਰਨਾ ਲੱਗ ਰਿਹਾ, ਇਸ ਸੰਬੰਧ ਵਿੱਚ ਤੁਸੀਂ ਕੀ ਕਹੋਗੇ? ਇਸ ਸੰਬੰਧ ਦੇ ਵਿੱਚ ਮੈਂ ਇਹ ਗੱਲ ਕਹਿਣੀ ਆ ਕਿ ਜੇ ਹਜੇ ਵੀ ਮੋਦੀ ਸਰਕਾਰ ਨੂੰ ਥੋੜੀ ਬਹੁਤੀ ਵੀ ਸ਼ਰਮ ਹੋਵੇ, ਪਹਿਲਾਂ ਤਾਂ ਉਹ ਇਹੋ ਜਿਹੇ ਕਾਲੇ ਕਾਨੂੰਨ ਵਾਪਸ ਲੈਣ, ਕਿਉਂਕਿ ਜਿਸ ਦੇਸ਼ ਦਾ ਅੰਨਦਾਤਾ ਜਿਹੜਾ ਸੜਕਾਂ ਤੇ ਆ ਕੇ ਬੈਠਾ, ਇਹਨਾਂ ਨੂੰ ਉਹਨਾਂ ਦੀ ਨਹੀਂ ਕਿਸੇ ਚੀਜ਼ ਦੀ ਸਾਰ। ਮੈਂ ਕਹਿੰਦਾ ਇਹ ਕਿਹੜੀਆਂ ਸ਼ਹਿਨਸ਼ਾਹੀਆਂ ਭਾਲਣ ਡਏ ਨੇ। ਔਰ ਇੱਕ ਮੈਂ ਗੱਲ ਬੜੇ ਹੱਕ ਨਾਲ ਕਹਿਣ ਜਾ ਰਿਹਾ, ਵਫਾਦਾਰ ਹੈ ਮਿੱਟੀ ਪੰਜਾਬ ਵਾਲੀ, ਵਫਾਦਾਰ ਹੈ ਖੂਨ ਪੰਜਾਬੀਆਂ ਦਾ। ਉਹ ਯਾਰੀ ਇਹਨਾਂ ਦੇ ਨਾਲ ਦੀ ਨਹੀਂ, ਉਹ ਕਿਤੇ ਵੈਰ ਵੀ ਮੰਨਣਾ ਪਊ ਪੰਜਾਬੀਆਂ ਦਾ। ਜੱਗੋਂ ਬਾਹਰੀਆਂ ਪੱਲੇ ਵਿੱਚ ਖੂਬੀਆਂ ਨੇ, ਉਹ ਜਿੱਥੇ ਜਾਂਦੇ ਪਛਾਣ ਬਣਾ ਲੈਂਦੇ। ਇਹ ਤਾਂ ਪੇਟ ਲਈ ਵੀ ਕਿਤੇ ਜਾ ਬੈਠਣ, ਟੌਰ ਵੱਖਰਾ ਹੀ ਰਹੂ ਪੰਜਾਬੀਆਂ ਦਾ। ਇਹ ਜਿਹੜਾ ਇਹਨਾਂ ਨੇ ਮੋਦੀ ਸਰਕਾਰ ਨੇ ਹੁਣ ਪੰਜਾਬੀਆਂ ਦੇ ਨਾਲ ਮੱਥਾ ਲਾਇਆ, ਪੰਜਾਬ ਦੇ ਕਿਸਾਨਾਂ ਨਾਲ, ਇਹਨਾਂ ਦੀ ਕੁਰਸੀ ਦੇ ਪਾਵੇ ਨਾ ਹਾਲਾਤ ਤੇ, ਤਾਂ ਮੈਂ ਕਹਾਂ ਜਾਣੂ ਕੀ ਇਹ ਪੰਜਾਬੀ ਹੈ ਕੀ। ਕੇਂਦਰ ਸਰਕਾਰ ਵੱਲੋਂ ਜਿੱਦਾਂ ਆਰੋਪ ਲਗਾਏ ਜਾ ਰਹੇ ਹਨ ਕਿ ਇਹ ਕਿਸਾਨਾਂ ਦਾ ਧਰਨਾ ਨਹੀਂ, ਇਹ ਪੋਲੀਟੀਕਲ ਮੁੱਦਾ ਹੈ, ਇਸ ਸੰਬੰਧ ਵਿੱਚ ਤੁਸੀਂ ਕੀ ਕਹੋਗੇ? ਇਹਦੇ ਵਿੱਚ ਇਹ ਆ ਵੀ ਕਹਿੰਦੇ ਗੱਲੀ ਵੱਡੀ ਮੈਂ ਤੇ ਕਰਤੂਤੀ ਤੂੰ। ਜਦੋਂ ਕਿਸੇ ਦਾ ਹੱਲ ਨਾ ਨਿਕਲੇ ਦੂਸਰੇ ਤੇ ਲਾਂਛਨ ਲਾ ਦਿਓ। ਮੋਦੀ ਸਾਹਿਬ ਨੇ
ਹਮੇਸ਼ਾ ਜੁਮਲੇਬਾਜ਼ੀ ਕੀਤੀ ਆ। ਜਦੋਂ ਕਿਸੇ ਗੱਲ ਦੀ ਕੋਈ ਸਾਰ ਨਾ ਸਰੇ ਤਾਂ ਇਹ ਪੋਲੀਟੀਕਲ ਮੁੱਦਾ ਹੋ ਗਿਆ। ਅੱਜ ਜੇ ਮੈਂ ਕਹਿੰਦਾ ਇਸ ਚੀਜ਼ ਦੇ ਵਿੱਚੋਂ ਸਿਆਸਤ ਕਰ ਰਹੀ ਆ ਤਾਂ ਸਿਰਫ ਮੋਦੀ ਸਰਕਾਰ ਕਰ ਰਹੀ ਆ, ਸਪੈਸ਼ਲ ਮੋਦੀ ਕਰ ਰਿਹਾ, ਉਹਦਾ ਅਮਿਤ ਸ਼ਾਹ ਕਰ ਰਿਹਾ, ਹੋਰ ਕੋਈ ਨਹੀਂ ਕਰ ਰਿਹਾ। ਅੱਜ ਕੋਈ ਵੀ ਭਾਰਤ ਦੇਸ਼ ਦੇ ਵਿੱਚ ਕੋਈ ਵੀ ਐਸੀ ਸੰਸਥਾ, ਕੋਈ ਸਮਾਜਿਕ ਸੰਸਥਾ, ਕੋਈ ਪੋਲੀਟੀਕਲ ਸੰਸਥਾ, ਕੋਈ ਮੈਡੀਕਲ ਦੇ ਨਾਲ ਸੰਸਥਾ ਕੋਈ ਵੀ ਹੋਵੇ, ਕੋਈ ਵੀ ਪਿੱਛੇ ਨਹੀਂ। ਜੇ ਪਿੱਛੇ ਹੈਗਾ ਤਾਂ ਸਿਰਫ ਮੇਰੇ ਖਿਆਲ ਮੋਦੀ ਦਾ ਟੱਬਰ ਹੋਣਾ, ਹੋਰ ਕੋਈ ਨਹੀਂ। ਤੇ ਜਿੱਦਾਂ ਹੁਣ ਕਰੋਨਾ ਦੀ ਕਾਲ ਚੱਲ ਰਹੀ ਸੀ, ਇਸ ਵਿੱਚ ਕੇਂਦਰ ਸਰਕਾਰ ਵੱਲੋਂ ਆ 3 ਬਿੱਲ ਪਾਸ ਕਰਨ ਦੀ ਕੀ ਲੋੜ ਸੀਗੀ, ਇਹਦੇ ਵਿੱਚ ਸਮਝਦੇ ਹੋ ਤੁਸੀਂ? ਇਹ ਚੀਜ਼ ਆ, ਇਹਨਾਂ ਨੇ ਇਹ ਕਰੋਨਾ ਦੀ ਆੜ ਦੇ ਵਿੱਚ ਇਹਨਾਂ ਨੇ ਬਹੁਤ ਵੱਡਾ ਖਿਲਵਾੜ ਕੀਤਾ। ਜਿਵੇਂ ਕਿ ਤੁਸੀਂ ਕਰੋਨਾ ਦਾ ਨਾਂ ਲਿਆ, ਮੈਂ ਕਰੋਨਾ ਦੀ ਪਹਿਲਾਂ ਇਹ ਗੱਲ ਕਰਦਾ, ਚਾਹੇ ਪੱਤਰਕਾਰ ਤੁਹਾਡਾ ਭਾਈਚਾਰਾ ਹੋਵੇ, ਚਾਹੇ ਜ਼ਮੀਨੀ ਕੋਈ ਮੈਂ ਕਹਿੰਦਾ ਕੋਈ ਲੇਬਰ ਭਾਈਚਾਰਾ ਹੋਵੇ, ਚਾਹੇ ਕੋਈ ਸ਼ਹਿਨਸ਼ਾਹ ਹੋਵੇ, ਕੋਈ ਵੀ ਜੇ ਅੱਜ ਜੀਂਦੇ ਅਸੀਂ ਕਰੋਨਾ ਦੇ ਵਿੱਚ ਸੀਗੇ ਤਾਂ ਕਿਸਾਨਾਂ ਦੀ ਬੀਜੀ ਹੋਈ ਫਸਲ ਦੇ ਕਰਕੇ ਜੀਂਦੇ ਆ। ਇਹ ਮੋਦੀ ਸਾਹਿਬ ਤੁਹਾਡੀਆਂ ਗੱਲਾਂ ਕਰਕੇ ਨਹੀਂ, ਤੁਸੀਂ ਆ ਤਾੜੀਆਂ ਵੀ ਵਜਵਾ ਲਈਆਂ, ਆ ਥਾਲੀਆਂ ਵੀ ਵਜਵਾ ਲਈਆਂ, ਤੁਸੀਂ 370 ਧਾਰਾ ਵੀ ਤੜਾਤੀ, ਤੁਸੀਂ ਨੋਟਬੰਦੀ ਵੀ ਕਰ ਦਿੱਤੀ। ਹੁਣ ਤੁਸੀਂ ਕਰੋਨਾ ਦੀ ਆੜ ਦੇ ਵਿੱਚ ਸਿਆਸਤ ਕਰਦੇ ਆ। ਹੁਣ ਦੇਖਣਾ ਵੀ ਤੁਹਾਡਾ ਕਰੋਨਾ ਲੋਕਾਂ ਨੂੰ ਮਾਰਦਾ ਜਾਂ ਕਿਸਾਨ ਤੁਹਾਡੀ ਲੋਕ ਮਾਰੂ ਨੀਤੀਆਂ ਨੂੰ ਇਹ ਮਾਰਦੇ ਆ। ਇਹ ਕਿਸਾਨਾਂ ਦੇ ਨਾਲ ਜਿਹੜਾ ਤੁਸੀਂ ਪੰਗਾ ਲਿਆ, ਔਰ ਮੈਂ ਅਤੀ ਧੰਨਵਾਦ ਤਾਂ ਕਰਦਾ ਪੰਜਾਬ ਦੇ ਕਿਸਾਨਾਂ ਦੇ ਨਾਲ ਹਰਿਆਣੇ ਦੇ ਕਿਸਾਨਾਂ ਦਾ, ਆਂਧਰਾ ਪ੍ਰਦੇਸ਼ ਦੇ ਕਿਸਾਨਾਂ ਦਾ, ਮੈਂ ਕਹਿੰਦਾ ਰਾਜਸਥਾਨ ਦੇ ਸਮੂਹ ਦੇਸ਼ ਦੇ, ਭਾਰਤ ਦੇਸ਼ ਵਰਸ ਦੇ ਕਿਸਾਨਾਂ ਦਾ, ਜਿਹੜੇ ਅੱਜ ਇਸ ਅੰਦੋਲਨ ਦੇ ਵਿੱਚ ਜਿੱਦਾਂ ਕਿੱਦਾਂ ਵੀ ਆਪਣਾ ਹਿੱਸਾ ਬਣ ਰਹੇ ਨੇ। ਚਾਹੇ ਉਹ ਸ਼ਿਵ ਸੈਨਾ ਹੋਵੇ, ਚਾਹੇ ਕੋਈ ਮੈਂ ਕਹਿੰਦਾ ਬਹੁਮਤ ਸਮਾਜ ਪਾਰਟੀ ਹੋਵੇ, ਲੋਕ ਇਨਸਾਫ ਪਾਰਟੀ ਹੋਵੇ, ਮਤਲਬ ਜ਼ਿਆਦਾ ਨਾਂ ਲੈਂਦਾ, ਹਰ ਪਾਰਟੀ ਸਿਰਫ ਬੀਜੇਪੀ ਤੋਂ ਸਿਵਾ ਅੱਜ ਇੱਥੇ ਸਮਰਥਨ ਕਰ ਰਹੀ ਆ। ਔਰ ਮੈਂ ਕਹਿੰਦਾ ਅਸੀਂ ਸਮੂਹ ਦੁਕਾਨਦਾਰ ਭਾਈਚਾਰਾ ਕਿਸਾਨੀ ਦੇ ਹੱਕ ਵਿੱਚ ਸੀਗੇ, ਹੈਗੇ ਆ ਔਰ ਰਵਾਂਗੇ। ਔਰ ਇੱਕ ਗੱਲ ਆਖਰੀ ਸ਼ਬਦਾਂ ਦੇ ਵਿੱਚ ਮੈਂ ਇਹ ਗੱਲ ਕਹਿਣੀ ਚਾਹਣਾ, ਮੋਦੀ ਸਾਹਿਬ ਬੈਰੀਗੇਟ ਨਹੀਂ ਰੋਕ ਸਕਦੇ ਹੜ੍ਹਾਂ ਨੂੰ। ਉਹ ਸਮਝ ਲਾ ਮੋਦੀਆ, ਹੱਥ ਪੈ ਗਿਆ ਅੱਜ ਤੇਰੀਆਂ ਜੜ੍ਹਾਂ ਨੂੰ, ਉਹ ਰੋੜ ਕੇ ਲੈ ਜੂ ਤੇਰਾ ਸਭ ਕੁਝ। ਤੂੰ ਸਮਝੀ ਨਾ ਇਹ ਸਲਾਬ ਆ, ਇਹ ਤੇ ਤੂੰ ਦਬਾਇਆ ਨਹੀਂ ਦਬਾ ਹੋਣਾ, ਇਹ ਸਾਡੇ ਪੰਜਾਬੀਆਂ ਦਾ ਪੰਜਾਬ ਆ। ਪ੍ਰਧਾਨ ਸੌਰਵ ਖੁੱਲਰ ਜੀ ਦੇ ਹੁਣ ਅਸੀਂ ਇਹਨਾਂ ਨਾਲ ਗੱਲ ਕਰਾਂਗੇ। ਸੌਰਵ ਖੁੱਲਰ ਜੀ, ਪਿਛਲੇ 2-3 ਮਹੀਨਿਆਂ ਤੋਂ ਕਿਸਾਨਾਂ ਦੇ ਧਰਨੇ ਲੱਗ ਰਹੇ ਆ, ਇਸ ਸੰਬੰਧ ਵਿੱਚ ਤੁਸੀਂ ਕੀ ਕਹੋਗੇ? ਜਿਹੜੇ ਧਰਨੇ ਲੱਗ ਰਹੇ ਆ ਬਹੁਤ ਸ਼ਾਂਤਮਈ ਤਰੀਕੇ ਨਾਲ ਲੱਗ ਰਹੇ ਆ ਤੇ ਹਰ ਬੰਦਾ ਆਪਣੀ ਜੋ ਉਹਨਾਂ ਦੀ ਮੰਗ ਆ ਉਹ ਬਿਲਕੁਲ ਜਾਇਜ਼ ਆ। ਕਿ ਜੋ ਆਪਾਂ ਕਹਿੰਦੇ ਆ ਕਿ ਕਿਸਾਨਾਂ ਜਿਹੜੇ ਆਪਣੇ ਖੇਤੀ ਦੇ ਫੈਸਲੇ ਆ, ਖੇਤਾਂ ਦੇ ਫੈਸਲੇ, ਜ਼ਮੀਨਾਂ ਦੇ ਫੈਸਲੇ, ਕਿਸਾਨ ਆਪਣੀ ਜ਼ਮੀਨ ਦੇ ਫੈਸਲੇ ਆਪ ਕਰੂਗਾ, ਨਾ ਕਿ ਉਹਨਾਂ ਦੀ ਜ਼ਮੀਨ ਦੇ ਫੈਸਲੇ ਉਹਨਾਂ ਦੀ ਫਸਲ ਦੇ ਫੈਸਲੇ ਕੋਈ ਹੋਰ ਪ੍ਰਾਈਵੇਟ ਸੈਕਟਰ ਕਰੂਗਾ। ਜਿੱਦਾਂ ਜੋ ਆਰਥਿਕ ਸਿਸਟਮ ਚੱਲਦਾ ਪਿਆ ਵਾ, ਕਿਸਾਨਾਂ ਨੂੰ ਉਹੀ ਲਾਹੇਵੰਦ ਆ। ਜਿੱਦਾਂ ਹੁਣ ਸਾਡੇ ਮੋਦੀ ਸਾਹਿਬ ਕਹਿੰਦੇ ਆ, ਸਾਡੇ ਤੋਮਰ ਜੀ ਜੋ ਫੂਡ ਸਪਲਾਈ ਮਿਨਿਸਟਰ ਆ ਆਲ ਇੰਡੀਆ ਦੇ, ਉਹ ਕਹਿੰਦੇ ਆ ਕਿ ਜੀ ਕਿਸਾਨਾਂ ਲਈ ਲਾਹੇਵੰਦ ਆ। ਹੁਣ ਕਿਸਾਨ ਜਥੇਬੰਦੀਆਂ ਕਹਿੰਦੀਆਂ ਵਾ ਸਾਡੇ ਲਈ ਲਾਹੇਵੰਦ ਆ ਪਰ ਸਾਨੂੰ ਨਹੀਂ ਲੋੜ। ਜਦ ਅਸੀਂ ਮੰਗ ਹੀ ਨਹੀਂ ਰਹੇ ਸਾਡੇ ਲਈ ਕੋਈ ਫਾਇਦਾ ਸਾਨੂੰ ਕਿਉਂ ਦਿੱਤਾ ਜਾ ਰਿਹਾ ਵਾ? ਆ ਤਾਂ ਇੱਕ ਜੋ ਜਿੱਦ ਪਗਾਈ ਜਾ ਰਹੀ ਹੈ ਨਰਿੰਦਰ ਮੋਦੀ ਵੱਲੋਂ, ਜੋ ਸਾਡੇ ਪ੍ਰਧਾਨ ਮੰਤਰੀ ਨੇ ਆਪਣੇ ਯਾਰ ਦੋਸਤਾਂ ਲਈ, ਅਡਾਨੀ ਤੇ ਅੰਬਾਨੀ ਲਈ। ਕਿਉਂਕਿ ਅਡਾਨੀ ਅੰਬਾਨੀਆਂ ਲਈ ਜਦੋਂ ਮੇਰੇ ਖਿਆਲ ਨਾਲ ਪ੍ਰਧਾਨ ਮੰਤਰੀ ਨਹੀਂ ਬਣੇ ਸੀਗੇ, ਉਹਨਾਂ ਨਾਲ ਡੀਲ ਹੋ ਗਈ ਸੀ ਕਿ ਹਾਂ ਵੀ ਤੁਸੀਂ ਸਾਰਾ ਪਬਲਿਕ ਸੈਕਟਰ ਪ੍ਰਾਈਵੇਟ ਸੈਕਟਰ 'ਚ ਆਪਣਾ ਕਨਵਰਟ ਕਰ ਦੇਣਾ। ਜਿੱਦਾਂ ਆਪਾਂ ਦੇਖਿਆ ਹੀ ਆ ਪਿੱਛੇ 에ਅਰ ਇੰਡੀਆ ਵਿਕ ਗਈ, ਉਹ ਵੀ ਹੁਣ ਪ੍ਰਾਈਵੇਟ ਹੋਣ ਵਾਲੀ ਆ। ਰੇਲਵੇ ਪ੍ਰਾਈਵੇਟ ਹੋ ਗਈ ਆ। ਨਰਿੰਦਰ ਮੋਦੀ ਸਰਕਾਰ ਆ, ਜੋ ਸੈਂਟਰ ਸਰਕਾਰ ਆ, ਬਹੁਤ ਚਤਰ ਆ, ਬਹੁਤ ਚਲਾਕ ਆ। ਪਬਲਿਕ ਸੈਕਟਰਾਂ ਨੂੰ ਘੱਟ 'ਚ ਸ਼ੋਅ ਕਰਕੇ ਲੋਕਾਂ ਨੂੰ ਦੱਸ ਦੇਖੋ ਘਾਟਾ ਪੈਂਦਾ ਪਿਆ ਵਾ, ਪ੍ਰਾਈਵੇਟ ਸੈਕਟਰ ਉਹਨੂੰ ਬਾਏ ਕਰ ਲੈਂਦੇ ਆ। ਤੁਸੀਂ ਆਹ ਦੇਖੋ ਸਰਕਾਰ ਨੂੰ ਘਾਟਾ ਪੈਂਦਾ ਉਹ ਸੈਕਟਰਾਂ ਤੋਂ, ਜਦੋਂ ਉਹੀ ਕੰਪਨੀਆਂ ਪ੍ਰਾਈਵੇਟ ਹੋ ਜਾਂਦੀਆਂ, ਮਤਲਬ ਉਹ ਆਪਣਾ ਮੁਨਾਫਾ ਕਮਾਉਂਦੇ ਆ। ਰਹੀ ਗੱਲ ਦੂਜੀ ਕਿਸਾਨਾਂ ਦੀ, ਹੁਣ ਕਿਸਾਨ ਪੰਜਾਬ ਨੇ ਹਮੇਸ਼ਾ, ਆਪਾਂ ਹਿਸਟਰੀ ਪੜ੍ਹਦੇ ਹੁੰਦੇ, ਛੋਟੇ ਹੁੰਦੇ ਪੜ੍ਹਦੇ ਸੀ ਕਿ ਪੰਜਾਬ ਹਮੇਸ਼ਾ ਹਰ ਲੜਾਈ 'ਚ, ਹਰ ਸੰਘਰਸ਼ 'ਚ ਪਹਿਲੇ ਨੰਬਰ ਤੇ ਰਿਹਾ ਵਾ। ਤੇ ਉਹ ਪੰਜਾਬ ਨੇ ਪ੍ਰੂਫ ਕਰਤਾ। ਸਾਰੇ ਮੁਲਕ ਦੇ ਕਿਸਾਨ ਜਥੇਬੰਦੀਆਂ ਦੁਖੀ ਸੀ, ਕਿਸਾਨ ਦੁਖੀ ਸੀਗੇ, ਬਟ ਕੋਈ ਵੀ ਆਵਾਜ਼ ਨਹੀਂ ਚੁੱਕ ਰਿਹਾ ਸੀਗਾ। ਪੰਜਾਬ ਨੇ ਮੋਹਰੀ ਬਣ ਕੇ, ਲੀਡਰ ਬਣ ਕੇ, ਵੱਡਾ ਭਰਾ ਬਣ ਕੇ ਉਹਨਾਂ ਨੂੰ ਸੰਘਰਸ਼ ਕਰਨਾ ਸਿਖਾਤਾ। ਸ਼ਾਂਤਮਈ ਤਰੀਕੇ ਨਾਲ, ਡੈਮੋਕ੍ਰੇਟਿਕ ਤਰੀਕੇ ਨਾਲ ਸਿਖਾਤਾ ਕਿ ਕਿੱਦਾਂ ਸੰਘਰਸ਼ ਕੀਤਾ ਜਾਂਦਾ ਵਾ। ਤੇ ਸਾਰੇ ਹੀ ਜਿਹੜੇ ਸਟੇਟ ਸੀਗੇ, ਭਾਵੇਂ ਹਰਿਆਣਾ ਵਾ, ਰਾਜਸਥਾਨ ਆ, ਗੁਜਰਾਤ ਆ, ਹਿਮਾਚਲ ਆ, ਝਾਰਖੰਡ ਆ, ਕੇਰਲਾ ਵਾ, ਸਾਰੇ ਪੰਜਾਬ ਨੂੰ ਵੱਡਾ ਭਰਾ ਮੰਨ ਕੇ ਪੰਜਾਬ ਦੇ ਪਿੱਛੇ ਤੁਰ ਰਹੇ ਆ। ਤੇ ਜਿੱਦਾਂ ਪੰਜਾਬ ਗਾਈਡ ਕਰ ਰਿਹਾ ਉੱਦਾਂ ਗਾਈਡ ਹੋ ਰਹੇ ਆ। ਕਰੋਨਾ ਜਿੱਦਾਂ ਸੰਕਟ ਚੱਲ ਰਿਹਾ ਤੇ ਕੇਂਦਰ ਸਰਕਾਰ ਨੂੰ ਕਰੋਨਾ ਕਾਲ ਵਿੱਚ 3 ਬਿੱਲ ਪਾਸ ਕਰਨ ਦੀ ਕੀ ਜ਼ਰੂਰਤ ਪਈ, ਇਸ ਸੰਬੰਧ ਵਿੱਚ ਤੁਸੀਂ ਕੀ ਕਹੋਗੇ? ਆ ਬਹੁਤ ਇੱਕ ਗੰਦੀ ਚਾਲ ਸੀਗੀ ਸੈਂਟਰ ਗੌਰਮੈਂਟ ਦੀ। ਉਹਨਾਂ ਨੂੰ ਪਤਾ ਸੀਗਾ ਕਿ ਹਾਂ ਵੀ ਕਰੋਨਾ ਚੱਲ ਰਿਹਾ, ਕਰੋਨਾ ਦੀ ਮਹਾਮਾਰੀ ਚੱਲ ਰਹੀ ਹੈ। ਹਰ ਬੰਦਾ ਆਮ ਸਿਟੀਜ਼ਨ ਹੋਵੇ, ਭਾਵੇਂ ਮੰਤਰੀ ਹੋਵੇ, ਭਾਵੇਂ MLA ਹੋਵੇ, ਭਾਵੇਂ MP ਹੋਵੇ, ਓਪੋਜੀਸ਼ਨ ਪਾਰਟੀ ਦਾ, ਉਹ ਸਾਰੇ ਬਿਜ਼ੀ ਆ ਆਪਣੇ ਕੌਂਸਟੀਟੂਐਂਸੀਜ਼ ਵਿੱਚ। ਕਿਉਂਕਿ ਕਰੋਨਾ ਦੀ ਮਹਾਮਾਰੀ ਬਹੁਤ ਵੱਡੀ ਤਰ੍ਹਾਂ ਫੈਲ ਚੁੱਕੀ ਸੀ ਆਪਣੇ
ਜਿਸ ਵੇਲੇ ਪੀਕ ਟਾਈਮ ਸੀਗਾ ਕਰੋਨਾ ਦਾ, ਉਸ ਵੇਲੇ ਹੀ ਸੈਂਟਰ ਸਰਕਾਰ ਵੱਲੋਂ ਉਹ 3 ਬਿੱਲ ਪੇਸ਼ ਕੀਤੇ ਗਏ ਤਾਂ ਕਿ ਕੋਈ ਰੋਕ ਟੋਕ ਨਾ ਹੋਵੇ, ਈਜ਼ੀਲੀ ਉਹ ਬਿੱਲ ਪਾਸ ਹੋ ਜਾਣ। ਜਿੱਦਾਂ ਹੁਣ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਇਹ ਕਿਸਾਨਾਂ ਦਾ ਧਰਨਾ ਨਹੀਂ, ਇਹ ਪੋਲੀਟੀਕਲ ਮੁੱਦਾ ਦੱਸਿਆ ਜਾ ਰਿਹਾ, ਇਸ ਸੰਬੰਧ ਵਿੱਚ ਤੁਸੀਂ ਕੀ ਕਹੋਗੇ? ਤੁਸੀਂ ਮੈਨੂੰ ਆਹ ਦੱਸੋ, ਕਿਸੇ ਵੀ ਦੁਨੀਆ 'ਚ ਐਡੀ ਵੱਡੀ ਕਦੀ ਪੋਲੀਟੀਕਲ ਰੈਲੀ ਹੋਈ ਹੈ? ਜਾਂ ਪੋਲੀਟੀਕਲ ਰੈਲੀਆਂ ਹੁੰਦੀਆਂ 2 ਘੰਟੇ ਦੀਆਂ, 3 ਘੰਟੇ ਦੀਆਂ, 4 ਘੰਟੇ ਦੀਆਂ। 2.5 ਮਹੀਨੇ ਹੋ ਗਏ ਆ ਕਿਸਾਨਾਂ ਨੂੰ ਲੱਗੇ ਹੋਏ। ਅੱਜ ਦਿੱਲੀ ਦੀ ਹਿੱਕ ਤੇ ਜਾ ਕੇ ਬੈਠੇ ਆ, ਦਿੱਲੀ ਨੂੰ ਚਾਰੋਂ ਪਾਸੋਂ ਰੋਕਿਆ ਹੋਇਆ ਵਾ। ਤੇ ਪੋਲੀਟੀਕਲ ਕੀ ਆ? ਅੱਜ ਇੱਥੇ ਕਾਂਗਰਸੀ ਵੀ ਬੈਠਾ ਵਾ, ਅਕਾਲੀ ਵੀ ਬੈਠਾ ਵਾ, BSP ਵਾਲੇ ਬੈਠਾ, ਆਮ ਆਦਮੀ ਪਾਰਟੀ ਬੈਠਾ ਵਾ। ਤੁਸੀਂ ਜਾ ਕੇ ਫੋਟੋਆਂ ਚੈੱਕ ਕਰੋ ਫੇਸਬੁੱਕਾਂ ਤੇ, ਸਾਡੇ ਪੰਜਾਬ ਦੇ ਕਈ ਉੱਘੇ BJP ਦੇ ਲੀਡਰ ਆ, ਯੂਥ ਦੇ ਦੂਜੇ, ਉਹ ਵੀ ਜਾ ਕੇ ਧਰਨਿਆਂ ਦੇ ਦਿੱਲੀ ਮੋਰਚੇ ਤੇ ਬੈਠੇ ਆ। ਇਹਦੇ 'ਚ ਕੋਈ ਪੋਲੀਟੀਕਲ ਨਹੀਂ, ਕੋਈ ਕੁਛ ਨਹੀਂ। ਪੋਲੀਟੀਕਲ ਪਾਰਟੀ ਨੂੰ ਕੀ ਫਾਇਦਾ ਵਾ? ਪੋਲੀਟੀਕਲ ਪਾਰਟੀ ਨੇ ਕਿਹੜਾ ਅੰਨ ਆਪਣਾ ਮੂੰਹ 'ਚ ਪਾ ਦੇਣਾ ਕਿਸਾਨਾਂ ਦੇ, ਜਾਂ ਉਹਨਾਂ ਨੂੰ ਰਾਈਟ ਦਵਾ ਦੇਣੇ ਆ? ਆ ਕਿਸਾਨਾਂ ਦੀ ਹੱਕ ਦੀ ਲੜਾਈ ਆ, ਆ ਇਕੱਲੀ ਪੰਜਾਬੀ ਕੌਮ ਦੀ ਲੜਾਈ ਨਹੀਂ ਰਹੀ, ਆ ਪੂਰੇ ਹਿੰਦੁਸਤਾਨ ਦੀ ਲੜਾਈ ਆ। ਅੱਜ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਵੀ ਕਿਸਾਨਾਂ ਦੇ ਹੱਕ ਵਿੱਚ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਇਹਨਾਂ ਵੱਲੋਂ ਇਹਨਾਂ ਦਾ ਕਹਿਣਾ ਹੈ ਕਿ ਜੇ ਕਿਸਾਨ ਹੈ ਤੇ ਜਹਾਨ ਹੈ, ਜੇ ਇਹ ਨਾ ਹੋਣ ਤਾਂ ਕੁਝ ਵੀ ਨਹੀਂ। ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਨਾਲ, ਜਿੱਦਾਂ ਕਿ 2-3 ਮਹੀਨਿਆਂ ਤੋਂ ਆ ਕਿਸਾਨ ਆਪਣੇ ਧਰਨਿਆਂ ਤੇ ਬੈਠੇ ਆ, ਇਹਨਾਂ ਦੇ 3 ਜਿਹੜੇ ਆਰਡੀਨੈਂਸ ਬਿੱਲ ਪਾਸ ਕੀਤੇ, ਇਸ ਵਿਰੋਧ ਵਿੱਚ ਧਰਨੇ ਲਾ ਰਹੇ ਆ। ਇਸ ਸੰਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਜਿਹੜੇ ਕਾਲੇ ਕਾਨੂੰਨ ਹੈ, ਜਿਹੜਾ ਮੋਦੀ ਕਾਲੇ ਕਾਨੂੰਨ ਲੈ ਕੇ ਆਇਆ, ਕਿਸਾਨਾਂ ਦੇ ਵਿਰੋਧੀ ਬਿੱਲ ਹੈ, ਇਹ ਬਿੱਲਾਂ ਦੇ ਸਮਰਥਨ ਵਿੱਚ ਸਮੂਹ ਜਥੇਬੰਦੀਆਂ ਜਿਹੜੇ ਇਕੱਠੇ ਹੋ ਕੇ ਇਸ ਬਿੱਲ ਦਾ ਅਸੀਂ ਵਿਰੋਧ ਕਰ ਰਹੇ ਹਾਂ ਕਿ ਬਿੱਲ ਵਾਪਸ ਹੋਣੇ ਚਾਹੀਦੇ ਆ। ਇਹ ਕਿਸੇ ਦੇ ਹਿੱਤ 'ਚ ਨਹੀਂ ਬਿੱਲ ਆ ਗਏ, ਇਹ ਧੱਕਾ ਕਰ ਰਿਹਾ ਮੋਦੀ, ਬਿਲਕੁਲ ਧੱਕਾ ਕਰ ਰਿਹਾ। ਇਸ ਕਰਕੇ ਜਿਹੜੇ ਕਾਨੂੰਨ ਆ ਇਹ ਰੱਦ ਹੋਣੇ ਚਾਹੀਦੇ ਆ। ਸਾਡੀ ਤਾਂ ਇਹ ਮੰਗ ਹੈ ਸਮੂਹ ਜਥੇਬੰਦੀ ਪੰਜਾਬ ਵੱਲੋਂ। ਜਿੱਦਾਂ ਕੇਂਦਰ ਸਰਕਾਰ ਵੱਲੋਂ ਕਹਿਣਾ ਹੈ ਕਿ ਇਹ ਧਰਨੇ ਕਿਸਾਨਾਂ ਦੇ ਨਹੀਂ, ਇਹ ਪੋਲੀਟੀਕਲ ਮੁੱਦਾ ਹੈ, ਇਸ ਸੰਬੰਧ ਵਿੱਚ ਤੁਸੀਂ ਕੀ ਕਹੋਗੇ? ਇਹਦੇ ਵਿੱਚ ਮੋਦੀ ਸਾਹਿਬ ਨੂੰ ਦੇਖ ਲੈਣਾ ਚਾਹੀਦਾ, ਉਹਨਾਂ ਦੇ ਇੰਟੈਲੀਜੈਂਸ ਨੂੰ ਦੇਖ ਲੈਣੇ ਵੀ ਸਾਰੇ ਪੋਲੀਟੀਕਲ ਬੰਦੇ ਨਹੀਂ ਆਗੇ, ਕੋਈ ਪੋਲੀਟੀਕਲ ਬੰਦਾ ਨਹੀਂ ਆਗਾ ਇੱਥੇ। ਸਿਰਫ ਪੰਜਾਬ ਦੇ ਆ ਜਿਹੜੇ ਪੰਜਾਬ ਦੀ ਗੱਲ ਕਰ ਰਹੇ ਆ, ਕਿਸਾਨੀ ਬੰਦੇ ਆ, ਉਹਦੇ ਵਿੱਚ ਜਿਹੜਾ ਕਿਸਾਨਾਂ ਦਾ ਨੁਕਸਾਨ ਹੋ ਰਿਹਾ, ਉਹਦੇ ਨਾਲ ਸਾਰੀ ਦੁਨੀਆ ਦਾ ਨੁਕਸਾਨ ਹੋ ਰਿਹਾ, ਸਾਰੀ ਦੁਨੀਆ 'ਚ ਵਿਰੋਧ ਹੋ ਰਿਹਾ। ਵੀ ਉਹ ਜਿਹੜੇ ਕੈਨੇਡਾ 'ਚ ਵਿਰੋਧ ਹੋ ਰਿਹਾ, ਉਹ ਸਾਡੇ ਪੋਲੀਟੀਕਲ ਥੋੜ੍ਹਾ ਆ ਗਿਆ। ਜਿਹੜੇ ਬਾਹਰਲੇ ਦੇਸ਼ ਦੇ ਵੀ ਜਿਹੜੀ ਗੱਲ ਕਰ ਰਹੇ ਆ, ਉਹ ਕੋਈ ਐਡੇ ਮੂਰਖ ਨਹੀਂ ਆ ਗਏ ਜਿਹੜੇ ਉਹ ਸਾਡੀ ਗੱਲ ਕਰ ਰਹੇ, ਬਿੱਲਾਂ ਦੀ ਗੱਲ ਕਰ ਰਹੇ ਆ। ਇਸ ਕਰਕੇ ਇਹ ਮੋਦੀ ਸਰਕਾਰ ਨੂੰ ਦੇਖ ਲੈਣਾ ਚਾਹੀਦਾ ਵੀ ਜਿਹੜੇ ਕਾਲੇ ਕਾਨੂੰਨ ਆ ਇਹ ਵਾਪਸ ਲਵੇ। ਇਹ ਧੱਕਾ ਕਰ ਰਹੀ ਸਰਕਾਰ, ਦਿੱਲੀ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ। ਇਸ ਕਰਕੇ ਸਾਰਾ ਪੰਜਾਬ, ਸਾਰਾ ਹਿੰਦੁਸਤਾਨ ਇਸ ਬਿੱਲ ਦਾ ਵਿਰੋਧ ਕਰ ਰਿਹਾ। ਇਹ ਪੋਲੀਟੀਕਲ ਵਾਲਾ ਮੁੱਦਾ ਕੋਈ ਨਹੀਂ ਹੈਗਾ, ਜਥੇਬੰਦੀਆਂ ਨਾਲ ਨੇ, ਸਾਰਾ ਪੰਜਾਬ ਨਾਲ ਨੇ। ਧੰਨਵਾਦ। ਕਿਸਾਨਾਂ ਦੇ ਜਿਹੜੇ ਧਰਨੇ ਲੱਗ ਰਹੇ ਆ, ਇਸ ਸੰਬੰਧ ਵਿੱਚ ਤੁਸੀਂ ਕੀ ਕਹੋਗੇ? ਦੇਖੋ ਜੀ, ਇਹ ਤਾਂ ਸੈਂਟਰ ਸਰਕਾਰ ਨੇ ਜੋ ਪੰਜਾਬ ਦੇ ਪੂਰੇ ਭਾਰਤ ਵਰਸ਼ ਦੇ ਜੋ ਕਿਸਾਨਾਂ ਦੇ ਨਾਲ ਇਹਨਾਂ ਨੇ ਇੱਕ ਬਿੱਲ ਪਾਸ ਕਰਕੇ ਵੀ ਯਾਨੀ ਕਿ ਇੱਕ ਬਹੁਤ ਹੀ ਜ਼ਿਆਦਾ ਨਲਾਇਕੀ ਦੀ ਉਦਾਹਰਨ ਪੇਸ਼ ਕੀਤੀ ਆ। ਇਹ ਇੱਕ ਵੀ ਯਾਨੀ ਕਿ ਇਹਨਾਂ ਦੇ ਦੇਖੋ, ਇਹਨਾਂ ਨੇ ਪਹਿਲਾਂ ਸ਼ਰਾਈਨ ਯਾਨੀ ਕਿ ਆਪਣੇ ਦਿੱਲੀ ਵਿੱਚ ਜੋ ਹੋਇਆ, ਫਿਰ ਧਾਰਾ 370 ਲਗਾਤੀ। ਇਹ 2-4-5 ਐਸੇ ਗੁੰਡੇ ਭਰਤੀ ਕੀਤੇ ਆ। ਇਹ ਕਹਿੰਦੇ ਆ ਕਿ ਅਸੀਂ ਜੋ ਕਹੇ ਤਾਂ ਕਾਨੂੰਨ ਬਣਾਤਾ, ਬਸ ਉਹ ਲਾਗੂ ਆ। ਪਰ ਇਹ ਸਾਡੇ ਇਕੱਲੇ ਕਿਸਾਨੀ ਦਾ ਸੰਘਰਸ਼ ਨਹੀਂ ਹੈ, ਇਹ ਸਾਡੀ ਆਪਣੇ ਇਕੱਲੇ ਪਰਸਨਲ ਬੰਦੇ ਦੀ ਇੱਕ ਹੋਂਦ ਦਾ ਵਿਸ਼ਾ ਬਣ ਚੁੱਕਾ ਹੈ। ਜੇ ਸਾਡੇ ਪਿੰਡ ਰਹਿਣਗੇ ਤਾਂ ਹੀ ਸਾਡਾ ਸ਼ਹਿਰ ਰਹੇਗਾ। ਇੱਕ ਵਾਰ ਕੀ ਹੋਇਆ, ਮੇਰੇ ਸ਼ਹਿਰ ਦਾ ਮੇਰਾ ਦੋਸਤ ਕਹਿੰਦਾ, ਮੈਂ ਕਿਹਾ ਵੀ ਯਾਨੀ ਕਿ ਨਾ ਸਰਕਾਰ ਕਹਿੰਦੀ ਕਿ ਅਸੀਂ ਕਿਸਾਨਾਂ ਦੀ ਜ਼ਮੀਨ ਹੜਪ ਲੈਣੀ, ਤੇ ਮੈਂ ਕਿਹਾ ਵੀ ਮਾੜੀ ਗੱਲ ਆ। ਕਹਿੰਦਾ ਨਹੀਂ, ਸਰਕਾਰ ਚਾਹੇ ਤਾਂ ਜਿਹੜੀ ਮਰਜ਼ੀ ਜ਼ਮੀਨ ਲੈ ਸਕਦੀ। ਮੈਂ ਕਿਹਾ ਕਮਲਿਆ, ਜੇ ਸਰਕਾਰ ਦੀ ਅੱਖ ਤੇਰੇ ਬਾਜ਼ਾਰ ਤੇ ਆ ਗਈ, ਤੇਰੀ ਜ਼ਮੀਨ, ਤੇਰੀ ਦੁਕਾਨ ਵੀ ਉਹਦੇ ਵਿੱਚ ਆ ਗਈ, ਫਿਰ ਤੂੰ ਕੀ ਕਰੇਗਾ? ਇਹ ਕਾਲੇ ਕਾਨੂੰਨ ਜਿੱਦਾਂ ਇਹਨਾਂ ਦਾ ਦਿਲ ਕਰਦਾ ਉਸ ਤਰ੍ਹਾਂ ਹੀ ਬਣਾ ਦਿੰਦੇ। ਜਿਸ ਤਰ੍ਹਾਂ ਕਿ ਸਾਡੇ ਇਹਨਾਂ ਨੇ ਕੀ ਕੀਤਾ, 1 ਜਨਵਰੀ 2004 ਤੋਂ ਬਾਅਦ ਜਿੰਨੇ ਵੀ ਭਾਰਤ ਵਰਸ਼ ਦੇ ਮੁਲਾਜ਼ਮ ਭਰਤੀ ਹੁੰਦੇ ਆ, ਉਹਨਾਂ ਦੀ ਇਹਨਾਂ ਨੇ ਪੈਨਸ਼ਨ ਬੰਦ ਕਰ ਦਿੱਤੀ। ਸਾਡਾ ਪੈਸਾ ਜੋ ਵੀ ਯਾਨੀ ਕਿ ਜਿਸ ਤਰ੍ਹਾਂ ਕਿ ਮੰਨ ਲਓ ਪਿੱਛੇ ਜੇ ਕਰੋਨਾ ਦੇ ਵਿੱਚ ਲੋਕਡਾਊਨ ਹੋਇਆ, ਸਾਡਾ ਪੈਸਾ ਸ਼ੇਅਰ ਮਾਰਕੀਟ 'ਚ ਲੱਗਾ ਸੀ। ਇੱਕ ਮੁਲਾਜ਼ਮ ਨੂੰ ਘੱਟੋ ਘੱਟ ਲੱਖ 1.5 ਲੱਖ ਰੁਪਇਆ ਘਾਟਾ ਪੈ ਚੁੱਕਾ। ਆਪਣੇ ਪੰਜਾਬ ਦੀ ਹੀ ਉਦਾਹਰਨ ਲੈ ਲਓ, 1,80,000 ਤੋਂ ਵੱਧ ਮੁਲਾਜ਼ਮ ਆ। ਇਹ ਵੀ ਯਾਨੀ ਕਿ ਇਹ ਗੁੰਡੇ ਬਿਠਾਏ ਹੋਏ ਆ। ਇਹ ਕਹਿੰਦੇ ਆ ਕਿ ਅਸੀਂ ਜੋ ਕਾਨੂੰਨ ਪਾਸ ਕਰਤਾ। ਅੱਜ ਅਸੀਂ ਕਿਸਾਨੀ ਦਾ ਜੋ ਅਸੀਂ ਸੰਘਰਸ਼ ਦੇਖ ਰਹੇ ਆ, ਆਪਣੇ ਮੁਲਾਜ਼ਮ ਵੱਖੋ ਜਥੇਬੰਦੀਆਂ ਦੇ ਅਸੀਂ ਲੈ ਕੇ ਆਨੇ। 3ਜੀ ਵਾਰ 4ਥੀ ਵਾਰ ਫਗਵਾੜੇ 'ਚ ਅਸੀਂ ਸਮਰਥਨ ਦਿੱਤਾ। ਅਸੀਂ ਦਿੱਲੀ ਵੀ ਜਾ ਕੇ ਆਏ ਆ, ਸਾਡੇ ਨਾਲ ਦੇ ਸਾਥੀ ਹੋਰ ਵੀ ਦਿੱਲੀ ਬੈਠੇ ਆ ਕਿ ਅਸੀਂ ਜੇ ਅੱਜ ਇਹਨਾਂ ਨੂੰ ਸਮਰਥਨ ਦੇਵਾਂਗੇ, ਇਹਨਾਂ ਤੋਂ ਅਸੀਂ ਸਿੱਖ ਰਹੇ ਆ। ਅਸੀਂ ਆਉਣ ਵਾਲਾ ਧੌਣ ਤੇ ਸਰਕਾਰ ਦੀ ਧੌਣ ਤੇ ਗੋਡਾ ਰੱਖਣਾ ਹੀ ਰੱਖਣਾ, ਤੇ ਅਸੀਂ ਆਪਣੀ ਪੁਰਾਣੀ ਪੈਨਸ਼ਨ ਲੈ ਕੇ ਹੀ ਰਹਾਂਗੇ। ਠੀਕ। ਬਿੱਲ ਵਾਪਸ ਨਾ ਲਏ ਤਾਂ ਤੁਹਾਡੀ ਅਗਲੀ ਰਣਨੀਤੀ ਕੀ ਹੋਵੇਗੀ? ਦੇਖੋ ਜੀ, ਰਣਨੀਤੀ ਤਾਂ ਜਿਹੜੇ ਉੱਥੇ ਬਾਪੂ ਬੈਠੇ ਨੇ ਨਾ, 31 ਕਿਸਾਨ ਸੰਘਰਸ਼ ਜਥੇਬੰਦੀਆਂ, ਉਹਨਾਂ ਨੇ ਜੋ ਰਣਨੀਤੀ ਉਲੀਕਣੀ, ਅਸੀਂ ਉੱਤੇ ਹੀ ਚੱਲਣਾ। ਸਾਰੇ ਪੰਜਾਬ ਨੇ, ਸਾਰੇ ਕਿਸਾਨ ਨੇ, ਸਾਰੇ ਹੀ ਅੰਦੋਲਨ ਨੇ। ਜਿਹੜਾ ਅੱਜ ਮੈਂ ਕਹਾਂਗਾ ਕਿ ਕਿਸਾਨੀ ਅੰਦੋਲਨ ਨਹੀਂ ਰਿਹਾ, ਇਹ ਇੱਕ ਇਨਸਾਨੀ ਅੰਦੋਲਨ ਬਣ ਗਿਆ। ਇਹ ਲੁੱਟਣ ਵਾਲਿਆਂ ਦੀ ਤੇ ਲੁੱਟ ਹੋਣ ਵਾਲੇ ਲੋਕਾਂ ਦੀ ਜਿਹੜੀ ਆ
ਉਹ ਲੜਾਈ ਬਣ ਕੇ ਇਹ ਅੰਦੋਲਨ ਜਿਹੜਾ ਉੱਭਰਿਆ। ਤੇ ਮੈਂ ਇੱਕ ਅਪੀਲ ਕਰਨਾ ਚਾਹਾਂਗਾ ਆਪਣੇ ਮੁਲਾਜ਼ਮ ਭਰਾਵਾਂ ਨੂੰ, ਆਪਣੇ ਅਧਿਆਪਕ ਸਾਥੀਆਂ ਨੂੰ, ਕਿ ਦੇਖੋ ਇਹ ਕਿਸਾਨੀ ਅੰਦੋਲਨ ਤੋਂ ਤੁਸੀਂ ਸਬਕ ਲਓ ਕਿ ਪਹਿਲਾਂ ਆਪਣੇ ਲਈ ਆਪ ਲੜਨਾ ਪੈਂਦਾ, ਪਹਿਲਾਂ ਆਪਣੇ ਲਈ ਆਪ ਉੱਠਣਾ ਪੈਂਦਾ, ਫਿਰ ਲੋਕ ਤੁਹਾਡਾ ਸਾਥ ਦਿੰਦੇ ਨੇ। ਅੱਜ ਦੇਖੋ ਕਿੱਦਾਂ ਲੋਕ ਲਹਿਰ ਬਣੀ ਹੋਈ ਹੈ। ਅੱਜ ਉਹ ਹਾਲ ਹੋ ਗਿਆ ਕਿ ਜਿਹੜਾ ਮੋਦੀ ਦੇ ਨਾਲ ਹੈ ਸਮਝੋ ਉਹ ਇਨਸਾਨੀਅਤ ਦੇ ਨਾਲ ਨਹੀਂ ਹੈਗਾ। ਸੋ ਇਸ ਕਰਕੇ ਉੱਠੋ, ਜਾਗੋ, ਸਾਰੇ ਮੁਲਾਜ਼ਮ ਭਰਾ, ਸਾਰੇ ਅਧਿਆਪਕ ਭਰਾ। ਆਪਣੀ ਜਿਹੜੀ ਪੁਰਾਣੀ ਪੈਨਸ਼ਨ ਹੈ ਆਪਾਂ ਸਾਰੇ ਮੁਲਾਜ਼ਮਾਂ ਨੇ ਜਿਹੜੀ ਸਾਡੀ ਖੋਈ ਗਈ ਹੈ ਉਹ ਆਪਾਂ ਵਾਪਸ ਲੈਣੀ ਹੈ। ਆਪਾਂ ਉੱਠੀਏ, ਜਾਗੀਏ, ਸਾਰੇ ਲੋਕ ਸਾਡੇ ਨਾਲ ਹੋਣਗੇ। ਕਿਉਂਕਿ ਦੇਖੋ ਇਹ 8-8 ਪੈਨਸ਼ਨਾਂ ਲੈ ਰਹੇ ਆ ਬਾਦਲ ਸਾਹਿਬ, ਮੈਂ ਸੁਣਿਆ ਕਿ ਉਹਨਾਂ ਦੀ 8 ਪੈਨਸ਼ਨਾਂ ਆ। ਹੋਰ ਜਿਹੜਾ ਕੋਈ ਇੱਕ ਵਾਰੀ ਵੀ ਕੋਈ ਮੰਤਰੀ ਬਣ ਜਾਂਦਾ, ਕੋਈ ਐਮਐਲਏ ਬਣ ਜਾਂਦਾ, ਉਹ ਭਾਵੇਂ 5 ਦਿਨ ਰਵੇ, 4 ਦਿਨ ਰਵੇ, 2 ਘੰਟੇ ਵੀ ਰਵੇ, ਉਹਦੀ ਜਿਹੜੀ ਪੈਨਸ਼ਨ ਪੱਕੀ ਹੋ ਜਾਂਦੀ ਹੈ। ਪਰ ਕੀ ਸਾਡੀ ਪੈਨਸ਼ਨ ਸਾਡਾ ਹੱਕ ਨਹੀਂ ਹੈ? ਮੁਲਾਜ਼ਮ ਦਾ ਹੱਕ ਨਹੀਂ ਹੈ ਜਿਹੜਾ 58 ਸਾਲ ਦੀ ਉਮਰ ਤੱਕ ਆਪਣਾ ਜਿਹੜਾ ਸੁਨਹਿਰੀ ਕਾਲ ਹੈ, ਆਪਣੀ ਸਾਰੀ ਜਵਾਨੀ ਜਿਹੜੀ ਹੈ ਉਹ ਸਰਕਾਰ ਨੂੰ ਦੇ ਰਿਹਾ? ਇਹ ਹੱਕ ਬਣਦਾ ਉਹਦਾ। ਆਪਾਂ ਪੈਨਸ਼ਨ ਲਈ ਵੀ ਇਸੇ ਤਰ੍ਹਾਂ ਦਾ ਸੰਘਰਸ਼ ਖੜਾ ਕਰੀਏ। ਔਰ ਕਿਸਾਨੀ ਅੰਦੋਲਨ ਦੇ ਅਸੀਂ ਸਾਰੇ ਮੁਲਾਜ਼ਮ, ਸਾਰੇ ਫਗਵਾੜੇ ਦੇ ਅਧਿਆਪਕ ਕਿਸਾਨੀ ਅੰਦੋਲਨ ਦੇ ਨਾਲ ਮੋਢਾ ਜੋੜ ਕੇ ਖੜੇ ਹਾਂ। ਜਦੋਂ ਤੱਕ ਇਹ ਅੰਦੋਲਨ ਚੱਲੇਗਾ ਉਦੋਂ ਤੱਕ ਅਸੀਂ ਤਨ ਮਨ ਧਨ ਦੇ ਨਾਲ ਇਹਦੇ ਵਿੱਚ ਸ਼ਮੂਲੀਅਤ ਕਰਾਂਗੇ। ਸੋ ਇਹ ਉਦੋਂ ਤੱਕ ਇਹ ਬਿੱਲ ਰੱਦ ਨਹੀਂ ਹੁੰਦੇ ਉਦੋਂ ਤੱਕ ਅਸੀਂ ਕਿਸਾਨਾਂ ਦੇ ਹੱਕ ਵਿੱਚ ਹੀ ਧਰਨਾ ਦੇਵਾਂਗੇ। ਵਤਨ ਕੀ ਰਾਹੇ ਤੋਂ ਧਰੂਵ ਕਲੂਚਾ ਦੀ ਰਿਪੋਰਟ।